ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾ ਬਾਰੇ, ਵਿਜ਼ਟਰ ਵੀਜ਼ਾ ਬਾਰੇ। ਮੈਂ ਤੁਹਾਡਾ ਆਪਣਾ ਹਰਭਗਵਾਨ ਸਿੰਘ ਜਟਾਣਾ ਸਕਾਈ ਡ੍ਰੀਮਸ ਇਮੀਗ੍ਰੇਸ਼ਨ ਸਰਵਿਸ ਤੋਂ। ਪਹਿਲਾਂ ਵਾਂਗੂ ਬਹੁਤ ਹੀ ਨੌਲੇਜੇਬਲ ਵੀਡੀਓ ਹੋਊਗੀ, ਐਂਡ ਤੱਕ ਜ਼ਰੂਰ ਦੇਖਣਾ, ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਭ ਤੋਂ ਪਹਿਲਾਂ 2 ਮਿੰਟ ਆਪਾਂ ਇਸ ਟੌਪਿਕ ਤੇ ਵੀ ਗੱਲ ਕਰਨਾ ਆਪਣਾ ਇੱਕ ਫਰਜ਼ ਹੈ, ਇੱਕ ਨੈਤਿਕ ਫਰਜ਼ ਹੈ ਕਿ ਜੋ ਪੰਜਾਬ 'ਚ ਘਟਨਾਵਾਂ ਵਾਪਰ ਰਹੀਆਂ ਬਹੁਤ ਮੰਦਭਾਗੀਆਂ ਨੇ। ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਰੋਕਣ ਲਈ ਜੋ ਬਣ ਸਕਦਾ ਉਹ ਕੀਤਾ ਜਾਵੇ। ਆਪਣੇ ਤੋਂ ਵਿੱਚ ਇੱਕ ਵਧੀਆ ਕਲਾਕਾਰ ਕਹਿ ਸਕਦੇ ਹਾਂ, ਇੱਕ ਬਹੁਤ ਹੀ ਵਧੀਆ ਬੰਦਾ, ਇੱਕ ਮਾਂ ਦਾ ਪੁੱਤ ਦੁਨੀਆ ਨੂੰ ਛੱਡ ਕੇ ਚਲਾ ਗਿਆ। ਬੇਟਾਈਮੀ ਉਸ ਨੂੰ ਮੌਤ ਆਈ ਹੈ, ਜੋ ਬਹੁਤ ਹੀ ਮੰਦਭਾਗਾ ਹਾਦਸਾ ਇਹ ਜੋ ਕੱਲ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਵਾਪਰਿਆ, ਬਹੁਤ ਹੀ ਮਾੜਾ ਹੋਇਆ। ਸਕਾਈ ਡ੍ਰੀਮਸ ਦੀ ਸਮੁੱਚੀ ਟੀਮ ਇਸ ਚੀਜ਼ ਤੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੰਜਾਬ ਦੀ ਜੋ ਧਰਤੀ ਹੈ ਉਹ ਰਹਿਣ ਯੋਗ ਰਹੇਗੀ ਤੇ ਆਪਾਂ ਨੂੰ ਆਪਦੀ ਧਰਤੀ ਛੱਡ ਕੇ ਬਾਹਰ ਵੱਲ ਨਾ ਭੱਜਣਾ ਪਊਗਾ, ਸਾਡੇ ਵਰਗਿਆਂ ਦੀਆਂ ਸਰਵਿਸਿਜ਼ ਨਾ ਲੈਣੀਆਂ ਪੈਣੀਆਂ। ਇਸ ਗੱਲ ਦੀ ਆਪਾਂ ਉਮੀਦ ਕਰਦੇ ਹਾਂ, ਜਿਵੇਂ ਕਿ ਭਗਵੰਤ ਮਾਨ ਸੀਐਮ ਨੇ ਆਪਾਂ ਨੂੰ ਸਰਕਾਰ ਬਣਾਉਣ ਦੇ ਸਮੇਂ ਕਿਹਾ ਸੀ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜੋ ਆਪਾਂ ਟੌਪਿਕ ਅੱਜ ਦਾ ਡਿਸਕਸ ਕਰਨਾ ਉਹ ਹੈ ਵਿਜ਼ਿਟਰ ਵੀਜ਼ਾ ਤੇ ਟੂਰਿਸਟ ਵੀਜ਼ਾ। ਸੋ ਐਜ਼ ਦਾ ਨੇਮ ਸੁਜੈਸਟ, ਵਿਜ਼ਿਟਰ ਦਾ ਮਤਲਬ ਹੈ ਕਿ ਆਪਾਂ ਕਿਸੇ ਨੂੰ ਮਿਲਣ ਜਾ ਰਹੇ ਹਾਂ। ਸੈਕੰਡ ਥਿੰਗ ਟੂਰਿਸਟ ਵੀਜ਼ਾ ਦਾ ਮਤਲਬ ਹੈ ਕਿ ਆਪਾਂ ਘੁੰਮਣ ਜਾਣਾ ਗਾ, ਆਪਾਂ ਉੱਥੇ ਐਜ਼ ਅ ਟੂਰਿਸਟ ਜਾਣਾ ਚਾਹੁੰਦੇ ਨੇ। ਬਹੁਤ ਸਾਰੇ ਨਾਵਾਂ ਨਾਲ ਆਪਾਂ ਇਹਨੂੰ ਬੁਲਾ ਸਕਦੇ ਹਾਂ, ਮਲਟੀਪਲ ਵੀਜ਼ਾ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਬਹੁਤ ਸਾਰੇ ਨਾਮ ਨੇ। ਤੇ ਮਲਟੀਪਲ ਵੀਜ਼ਾ ਦਾ ਸਿੰਪਲ ਮਤਲਬ ਇਹ ਹੁੰਦਾ ਕਿ ਮਲਟੀਪਲ ਐਂਟਰੀਜ਼ ਪਾ ਸਕਦੇ ਹੋ ਤੁਸੀਂ। ਤੁਹਾਡਾ ਜਿਹੜਾ ਸਟੱਡੀ ਪਰਮਿਟ ਆ ਉਹ ਵੀ ਮਲਟੀਪਲ ਵੀਜ਼ਾ ਹੀ ਹੁੰਦਾ, ਉਹਦੇ ਤੇ ਤੁਸੀਂ ਮਲਟੀਪਲ ਐਂਟਰੀਜ਼ ਪਾ ਸਕਦੇ ਹੋ, ਜਿੰਨੀ ਵਾਰੀ ਮਰਜ਼ੀ ਐਂਟਰੀ ਐਗਜ਼ਿਟ ਕੰਟਰੀ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਕੀ ਟ੍ਰੈਂਡ ਚੱਲ ਰਿਹਾ, ਮਲਟੀਪਲ ਵੀਜ਼ਾ ਜਾਂ ਟੂਰਿਸਟ ਵੀਜ਼ਾ ਦਾ ਕੀ ਟ੍ਰੈਂਡ ਚੱਲ ਰਿਹਾ। ਜੋ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਨੇ ਤੇ ਜਾਣਾ ਚਾਹੁੰਦੇ ਨੇ ਕੈਨੇਡਾ ਜਾਂ ਆਸਟ੍ਰੇਲੀਆ, ਉਹਨਾਂ ਦਾ ਬੜੀ ਈਜ਼ੀਲੀ ਵੀਜ਼ਾ ਆ ਰਿਹਾ ਹੈ, ਬਹੁਤ ਆਸਾਨੀ ਨਾਲ ਉਹਨਾਂ ਨੂੰ ਅੰਬੈਸੀ ਜੋ ਵੀਜ਼ਾ ਦੇ ਰਹੀ ਹੈ। ਸੈਕੰਡ, ਜੋ ਫਸਟ ਰਿਲੇਸ਼ਨ ਦੇ ਵਿੱਚ ਆ, ਮਤਲਬ ਜੋ ਸਿਬਲਿੰਗਸ ਨੇ, ਬ੍ਰਦਰ ਨੇ, ਸਿਸਟਰ ਨੇ, ਫਸਟ ਕਜ਼ਨ ਨੇ, ਉਹਨਾਂ ਨੂੰ ਵੀ ਜੇ ਇੰਡੀਆ ਦੇ ਵਿੱਚ ਉਹ ਸਟੇਬਲ ਨੇ, ਉਹਨਾਂ ਦੀ ਜੋ ਕਹਿ ਸਕਦੇ ਹਾਂ ਬੈਕਗਰਾਊਂਡ ਅੱਛਾ ਹੈ, ਤਾਂ ਉਹਨਾਂ ਨੂੰ ਵੀ ਵਧੀਆ ਵੀਜ਼ਾਸ ਮਿਲ ਰਹੇ ਨੇ। ਥਰਡ ਥਿੰਗ ਹੈ ਜੋ ਰੈਂਡਮ ਟੂਰਿਸਟ ਵੀਜ਼ਾ ਪਾ ਰਹੇ ਆ, ਤਾਂ ਉਹਨਾਂ ਨੂੰ ਇੱਕ ਵਾਰ 2 ਵਾਰ ਸੋਚਣਾ ਪਊਗਾ। ਆਪਦੀ ਫਾਈਲ ਪਾਉਣ ਤੋਂ ਪਹਿਲਾਂ ਆਪਦੀ ਪ੍ਰੋਪਰ ਅਸੈਸ ਕਰਨੀ ਪਊਗੀ ਕਿ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਹੈ ਜਾਂ ਨਹੀਂ ਬਣਦੀ। ਆਪਾਂ ਨੂੰ ਕਾਫੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਹੀ ਫਾਈਲ ਪ੍ਰੋਸੈਸ ਕਰਨੀ ਚਾਹੀਦੀ ਹੈ। ਜੇ ਆਪਾਂ ਰੈਂਡਮ ਵਿਦਾਊਟ ਐਨੀ ਡਾਇਰੈਕਟ ਰਿਲੇਸ਼ਨ ਔਰ ਵਿਦਾਊਟ ਐਨੀ ਰੀਜ਼ਨ ਆਪਾਂ ਆਪਦੀ ਵਿਜ਼ਟਰ ਐਪਲੀਕੇਸ਼ਨ ਆਪਾਂ ਪਾ ਰਹੇ ਹਾਂ ਜਾਂ ਟੂਰਿਸਟ ਐਪਲੀਕੇਸ਼ਨ ਆਪਾਂ ਪਾ ਰਹੇ ਹਾਂ, ਹੁਣ ਕੀ ਡਾਕੂਮੈਂਟਸ ਹੈ, ਕੀ ਸਿਨਾਰੀਓ ਹੈ। ਸੋ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਮਾਰਕੀਟ ਦੇ ਵਿੱਚ ਵਿਜ਼ਟਰ ਵੀਜ਼ਾ ਨੂੰ ਲੈ ਕੇ, ਮਲਟੀਪਲ ਵੀਜ਼ਾ ਨੂੰ ਲੈ ਕੇ, ਟੂਰਿਸਟ ਵੀਜ਼ਾ ਨੂੰ ਲੈ ਕੇ ਕਿ ਇੰਨੇ ਫੰਡਸ ਚਾਹੀਦੇ ਆ, ਇਹ ਚਾਹੀਦਾ, ਉਹ ਚਾਹੀਦਾ। ਸੋ ਆਪਾਂ 1 ਬਾਏ 1 ਡਿਸਕਸ ਕਰਾਂਗੇ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ। ਸਭ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਇੱਕ ਫਾਰਮਿੰਗ ਵਿਜ਼ਿਟਰ ਵੀਜ਼ਾ ਦੀ ਕਾਫੀ ਚਰਚਾ ਕਾਫੀ ਪ੍ਰਚਲਿਤ ਹੈ। ਮੈਂ ਫਿਰ ਦੱਸ ਦਿੰਦਾ ਇੱਕ ਵਾਰੀ, ਫਾਰਮਿੰਗ ਵਿਜ਼ਿਟਰ ਵੀਜ਼ਾ ਤੁਸੀਂ ਕਿਤੇ ਨਾ ਕਿਤੇ ਨਿਊਜ਼ਪੇਪਰ ਦੇ ਵਿੱਚ, ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਦੀ ਹੈ ਜੋ ਐਡ ਜ਼ਰੂਰ ਦੇਖੀ ਹੋਊਗੀ, ਕਿਤੇ ਨਾ ਕਿਤੇ ਨਿਊਜ਼ ਦੇ ਵਿੱਚ ਜਾਂ ਫੇਸਬੁੱਕ ਵਗੈਰਾ 'ਤੇ ਤੁਸੀਂ ਜ਼ਰੂਰ ਇਹਦੇ ਤੁਹਾਡੇ ਚੀਜ਼ ਸਾਹਮਣੇ ਆਈ ਹੋਊਗੀ। ਸੋ ਹੈ ਕੀ ਉਹ, ਉੱਥੇ ਕੈਨੇਡਾ ਦੇ ਵਿੱਚ ਇੱਕ ਜਗ੍ਹਾ 'ਤੇ ਜੋ ਹੈ ਕਿ ਇੱਕ ਫਾਰਮਰਸ ਦਾ ਕਿਸਾਨ ਮੇਲਾ, ਆਪਾਂ ਜਿਹਨੂੰ ਕਹਿੰਦੇ ਹਾਂ ਕਿਸਾਨ ਮੇਲਾ ਲੱਗ ਰਿਹਾ ਹੈਗਾ। ਹੁਣ ਉਹਦੀ ਸਕਸੈਸ ਰੇਟ ਕੀ ਹੈ, ਬਹੁਤ ਸਾਰੇ ਏਜੰਟਸ ਮਿਲਣਗੇ ਕਿ ਆਜੋ ਤੁਸੀਂ ਫਾਰਮਰ ਹੋ, ਤੁਹਾਡੇ ਨਾਂ ਤੇ ਜੇ ਫਾਰਮ ਹੈਗੇ ਆ ਤਾਂ ਆਪਾਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹਾਂ। ਨੋ ਡਾਊਟ ਆਪਾਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹਾਂ ਜੇ ਤੁਹਾਡੇ ਨਾਂ ਤੇ ਜੇ ਫਾਰਮਸ ਹੈ ਅਵੇਲੇਬਲ। ਬਟ ਆਪਾਂ ਵੀਜ਼ਾ ਲੈਣਾ, ਵੀਜ਼ਾ ਕਿਵੇਂ ਆਊਗਾ, ਇਹਦੇ ਲਈ ਬਹੁਤ ਕੁਝ ਧਿਆਨ 'ਚ ਰੱਖਣਾ ਪਊਗਾ। ਜੇ ਫਾਰਮ ਤੱਕ ਜੋ 1 ਕਿੱਲੇ ਦਾ ਮਾਲਕ ਹੈ, ਇੱਥੇ ਕਿੱਲੇ 'ਚ ਕਮਾਈ ਕਰਕੇ ਆਪਦੀ ਖੇਤੀਬਾੜੀ ਕਰ ਰਿਹਾ, ਕਿੱਲੇ ਦੇ ਵਿੱਚ ਜੋ ਵੀ ਸਬਜ਼ੀ ਭਾਜੀ ਕਰਕੇ ਵੇਚ ਰਿਹਾ, ਉਹਦੇ ਕੋਲ ਵੀ ਜੇ ਫਾਰਮ ਹੋਣਗੇ। 100 ਕਿੱਲੇ ਦਾ ਮਾਲਕ ਹੈ ਜੋ, ਉਹਦੇ ਕੋਲ ਵੀ ਜੇ ਫਾਰਮ ਹੋਣਗੇ। ਹੁਣ ਡਿਫਰੈਂਸ ਕੀ ਹੈ, ਕਿੱਲੇ ਵਾਲੇ ਦੀ ਜ਼ਿਆਦਾ ਚਾਂਸਸ ਹੈ ਕਿ ਉਹਦਾ ਵੀਜ਼ਾ ਨਹੀਂ ਆਊਗਾ। ਰੀਜ਼ਨ ਕੀ, ਇੰਡੀਆ ਦੇ ਵਿੱਚ ਉਹ ਪ੍ਰੋਪਰ ਸਟੇਬਲ ਨਹੀਂ ਹੈਗਾ। 20-25 ਕਿੱਲੇ ਵਾਲਾ ਵੀ ਇੰਡੀਆ ਦੇ ਵਿੱਚ ਜੋ ਹਾਲ ਹੈ ਐਗਰੀਕਲਚਰ ਦਾ, ਈਵਨ ਕਿ ਉਹਨਾਂ ਦੇ ਅੰਬੈਸੀ ਆਫਿਸਰਸ ਨੂੰ ਵੀ ਪਤਾ ਵੀ ਐਗਰੀਕਲਚਰ ਦਾ ਬਹੁਤ ਬੁਰਾ ਹਾਲ ਹੈ ਇੰਡੀਆ ਦੇ ਵਿੱਚ। ਸੋ ਉਹਨਾਂ ਨੂੰ ਇੰਨਾ ਸਟੇਬਲ ਬਿਜ਼ਨਸ ਨਹੀਂ ਕੰਸੀਡਰ ਕਰਦੇ। ਉਹਦੇ ਨਾਲ ਆਪਾਂ ਨੂੰ ਇੱਕ ਸਾਈਡ ਬਿਜ਼ਨਸ ਸ਼ੋਅ ਕਰਨਾ ਪਊਗਾ, ਕਿਉਂਕਿ ਐਗਰੀਕਲਚਰ ਨੂੰ ਉਹ ਫੁੱਲ ਟਾਈਮ ਬਿਜ਼ਨਸ ਨਹੀਂ ਕੰਸੀਡਰ ਕਰਦੇ। ਕੋਈ ਵੀ ਤਰ੍ਹਾਂ ਦਾ ਆਪਾਂ ਨੂੰ ਡੇਅਰੀ ਫਾਰਮਿੰਗ ਜਾਂ ਕੋਈ ਵੀ ਹੋਰ ਆਪਾਂ ਨੂੰ ਡਾਕੂਮੈਂਟੇਸ਼ਨ ਤੁਹਾਡੀ ਕਰਨੀ ਪੈਣੀ ਹੈ। ਉਸ ਕੇਸ ਦੇ ਵਿੱਚ ਆਪਾਂ ਤੁਹਾਡਾ ਵੀਜ਼ਾ ਸਿਕਿਉਰ ਕਰ ਸਕਦੇ ਹਾਂ, ਪ੍ਰੋਵਾਈਡਡ ਤੁਹਾਡੀ ਏਜ ਆ ਜਿਹੜੀ ਉਹ 30+ ਹੋਵੇ। ਜ਼ਿਆਦਾ ਸਕਸੈਸ ਰੇਟ ਲਈ ਆਪਾਂ 30+ ਕੰਸੀਡਰ ਕਰਾਂਗੇ। 30 ਤੋਂ ਘੱਟ ਆ ਤਾਂ ਸਕਸੈਸ ਰੇਟ ਵੀ ਤੁਹਾਡਾ ਉਹਦੇ ਅਕੋਰਡਿੰਗ ਘੱਟ ਜਾਊਗਾ। ਇਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਇਹ ਪੁਰਾਣੇ ਐਕਸਪੀਰੀਅੰਸ ਤੋਂ, ਸਾਡੇ ਤਜਰਬੇ ਤੋਂ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਅਸੀਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਹੋ ਸਕਦਾ ਕਿਸੇ ਦਾ ਤਜਰਬਾ ਕਿਸੇ ਹੋਰ ਤਰ੍ਹਾਂ ਦਾ ਹੋਵੇ, ਬਟ ਮੈਜੋਰਿਟੀ ਆਫ ਕੇਸਿਸ ਦੇ ਵਿੱਚ ਇਹੀ ਦੇਖਣ ਨੂੰ ਮਿਲਿਆ ਕਿ 30 ਈਅਰਸ ਤੋਂ ਘੱਟ ਬੱਚਾ ਤਾਂ ਵਿਜ਼ਟਰ ਵੀਜ਼ੇ ਦੇ ਚਾਂਸਸ ਘੱਟ ਜਾਂਦੇ ਨੇ। 30 ਈਅਰ ਤੋਂ ਵੱਧ ਜਾਂਦਾ, ਜਿਵੇਂ ਜਿਵੇਂ ਏਜ ਆਪਣੀ ਵੱਧਦੀ ਜਾਂਦੀ ਹੈ, ਉਵੇਂ ਉਵੇਂ ਆਪਣਾ ਜੋ ਵਿਜ਼ਟਰ ਵੀਜ਼ੇ ਦੇ ਚਾਂਸਸ ਵੱਧਦੇ ਜਾਂਦੇ ਆ।
ਹੁਣ ਵਿਜ਼ਿਟਰ ਵੀਜ਼ਾ ਜਾਂ ਮਲਟੀਪਲ ਵੀਜ਼ਾ ਦੇ ਲਈ ਆਪਾਂ ਨੂੰ ਕੀ ਡਾਕੂਮੈਂਟਸ ਚਾਹੀਦੇ ਆ? ਕੋਈ ਅਕੈਡਮਿਕ ਦੀ ਕੁਆਲੀਫਿਕੇਸ਼ਨ ਦੀ ਐਸ ਸੱਚ ਆਪਾਂ ਨੂੰ ਰਿਕੁਆਇਰਮੈਂਟ ਨਹੀਂ ਹੁੰਦੀ, ਜੇ ਹੈਗੀ ਆ ਤਾਂ ਵੈਲ ਐਂਡ ਗੁੱਡ ਹੈ। ਦੋ ਤਰ੍ਹਾਂ ਦੇ ਟਾਈਜ਼ ਆਪਾਂ ਇੰਡੀਅਨ ਆਪਦੀ ਹੋਮ ਕੰਟਰੀ ਨਾਲ ਇਹਦੇ ਵਿੱਚ ਆਪਾਂ ਪ੍ਰੂਫ ਕਰਨੇ ਹੁੰਦੇ ਆ। ਫਸਟ ਆਫ ਆਲ ਇਕਨੋਮਿਕ ਟਾਈਜ਼, ਸੈਕੰਡ ਹੈ ਆਪਣੇ ਜੋ ਫੈਮਿਲੀ ਟਾਈਜ਼ ਹੈ। ਹੁਣ ਇਕਨੋਮਿਕ ਟਾਈਜ਼ ਦੇ ਵਿੱਚ ਕੀ ਆ ਜਾਂਦਾ ਹੈ? ਇਕਨੋਮਿਕ ਟਾਈਜ਼ ਦੇ ਵਿੱਚ ਬੰਦਾ ਮੋਨੇਟਰੀ ਜਾਂ ਬੰਦੇ ਕੋਲੇ ਇੰਡੀਆ ਦੇ ਵਿੱਚ ਕਾਫੀ ਕੁਛ ਹੈ, ਬੰਦਾ ਇੱਥੇ ਸਟੇਬਲ ਹੈ, ਵਾਪਸ ਆਉਣ ਦੇ ਉਹਦੇ ਕੋਲ ਕਾਫੀ ਰੀਜ਼ਨਸ ਨੇ, ਜਿਵੇਂ ਕਿ ਪ੍ਰੋਪਰ ਜੌਬ ਕਰ ਰਿਹਾ, ਜਾਂ ਜੇ ਖੇਤੀ ਵੀ ਕਰ ਰਿਹਾ ਤਾਂ ਪ੍ਰੋਪਰ ਵਧੀਆ ਇਨਕਮ ਅਰਨ ਕਰ ਰਿਹਾ, ਕੋਈ ਲੈਣ ਦੇਣ ਨਹੀਂ ਹੈਗਾ ਬੜਾ ਉਹਦੇ ਤੇ ਵਧੀਆ ਉਹਦੇ ਕੋਲੇ ਮਤਲਬ ਪ੍ਰੋਪਰਟੀ ਵੀ ਹੈ, ਅਸੈਟਸ ਹੈ, ਮੂਵੇਬਲ ਇਮੂਵੇਬਲ ਅਸੈਟਸ ਉਹਦੇ ਕੋਲ ਹੈਗੇ ਨੇ, ਜਿਹਨੂੰ ਆਪਾਂ ਚੱਲ ਜਾਇਦਾਦ ਕਹਿ ਦਿੰਦੇ ਹਾਂ, ਉਹਦੇ ਕੋਲੇ ਵਧੀਆ ਕੁਆਂਟੀਟੀ ਦੇ ਵਿੱਚ ਹੈ, ਤੇ ਜਿਹਦੇ ਨਾਲ ਉਹ ਵਾਪਸ ਆਉਣ ਦਾ ਇੱਕ ਰੀਜ਼ਨ ਬਣ ਸਕਦੀ ਹੈ। ਸੈਕੰਡ ਜੋ ਮੈਰਿਡ ਹੈ ਤਾਂ ਫੈਮਿਲੀ ਦੀ ਗੱਲ ਕਰਾਂਗੇ ਆਪਾਂ। ਜੋ ਮੈਰਿਡ ਹੈ ਦੈਨ ਆਪਾਂ ਗੱਲ ਕਰਾਂਗੇ ਕਿ ਉਹ ਇਕੱਲਾ ਜਾ ਰਿਹਾ, ਪਿੱਛੇ ਉਹਦੇ ਵਾਈਫ ਐਂਡ ਚਿਲਡਰਨ ਉਹਦੇ ਪਿੱਛੇ ਬੈਠੇ ਆ। ਜੇ ਮੈਰਿਡ ਨਹੀਂ, ਅਨਮੈਰਿਡ ਹੈ ਤਾਂ ਪੇਰੈਂਟਸ ਹੈ, ਜਾਂ ਸਿਬਲਿੰਗ ਹੈ। ਫੈਮਿਲੀ ਇੰਡੀਆ ਦੇ ਵਿੱਚ ਪਿੱਛੇ ਕਿੰਨੀ ਉਹਦੀ ਬੈਠੀ ਹੈ, ਉਸ ਚੀਜ਼ ਨੂੰ ਵੀ ਮੈਟਰ ਕਰਦਾ ਹੈ। ਦੋਨੇ ਚੀਜ਼ਾਂ ਆਪਾਂ ਨੂੰ ਟਾਈਸ ਪ੍ਰੂਫ ਕਰਨੇ ਬਹੁਤ ਜ਼ਰੂਰੀ ਨੇ ਜੇ ਆਪਾਂ ਵੀਜ਼ਾ ਸਿਕਿਉਰ ਕਰਨਾ ਤਾਂ। ਅਦਰਵਾਈਜ਼ ਜੇ ਰੈਂਡਮਲੀ ਫਾਈਲ ਚੱਕ ਕੇ ਲਾਉਣੀ ਆ ਤਾਂ ਉਸ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ। ਉਹ ਤੁਹਾਡਾ ਲੱਕ ਹੈ ਵੀ ਵੀਜ਼ਾ ਆ ਜੇ ਤਾਂ ਨਾ ਆਵੇ, ਤੁਹਾਨੂੰ ਬਹੁਤ ਸਾਰੇ ਮਿਲਣਗੇ ਕਿ ਕਾਸੇ ਦੀ ਲੋੜ ਨਹੀਂ, ਤੁਹਾਡੇ ਲੱਕ ਤੇ ਗੇਮ ਖੇਡਦੇ ਆ ਕਿ ਜੇ ਉਹਨਾਂ ਦਾ ਵੀਜ਼ਾ, ਤੁਹਾਡਾ ਵੀਜ਼ਾ ਲੱਗ ਗਿਆ ਤੁਹਾਡੇ ਲੱਕ ਦੇ ਕਰਕੇ, ਉਹਨਾਂ ਨੇ 20-25 ਹਜ਼ਾਰ ਤੁਹਾਡੇ ਤੋਂ ਲੈ ਲੈਣਾ, ਜੇ ਨਹੀਂ ਲੱਗਾ ਤਾਂ ਉਹਨਾਂ ਦਾ ਉਹਦੇ ਵਿੱਚ ਇਨਵੈਸਟਮੈਂਟ ਕੋਈ ਨਹੀਂ ਹੋਈ, ਕਿਉਂਕਿ ਜੋ ਅੰਬੈਸੀ ਫੀਸ, ਬਾਇਓਮੈਟ੍ਰਿਕ ਫੀਸ ਆ ਉਹ ਵੀ ਤੁਹਾਡੀ ਹੈ। ਤੁਸੀਂ ਸਾਡੇ ਆਫਿਸ ਆ ਸਕਦੇ ਹੋ, ਕੰਟੈਕਟ ਕਰ ਸਕਦੇ ਹੋ ਸਾਡੇ ਨੰਬਰ ਤੇ 8360000818। ਇਹਦੇ ਨਾਲ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਤੁਸੀਂ ਫਾਈਲ ਲਾਈ ਹੋਈ ਹੈ, ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ ਇਸ ਨੰਬਰ ਤੇ ਕਰ ਸਕਦੇ ਹੋ। ਕਮੈਂਟ ਸੈਕਸ਼ਨ 'ਚ ਵੀ ਕਰ ਸਕਦੇ ਹੋ, ਬਟ ਫਿਰ ਉਹੀ ਲਿਮਿਟਿਡ ਇਨਫੋਰਮੇਸ਼ਨ ਤੁਸੀਂ ਦਿਓਗੇ, ਲਿਮਿਟਿਡ ਮੈਂ ਦੇਵਾਂਗਾ, ਸੋ ਬੈਟਰ ਹੈ ਕਿ ਕਾਲ ਕਰਕੇ ਤੁਸੀਂ ਸਾਨੂੰ ਕੰਟੈਕਟ ਕਰ ਸਕੋ। ਅਗਲੀ ਗੱਲ ਆਪਾਂ ਹਜੇ ਅੱਗੇ ਹੋਰ ਵੀ ਗੱਲ ਕਰਾਂਗੇ, ਆਪਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਾਫੀ ਇੰਪੋਰਟੈਂਟ, ਕਾਫੀ ਮਜ਼ੇਦਾਰ ਗੱਲਾਂ ਤੁਹਾਨੂੰ ਦੱਸਾਂਗੇ ਕਿ ਵੀਜ਼ਾ ਤੁਸੀਂ ਕਿਵੇਂ ਲੈ ਸਕਦੇ ਹੋ। ਉਸ ਤੋਂ ਬਾਅਦ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਰੀਸੈਂਟਲੀ ਸਾਡਾ ਇੱਕ ਵਿਜ਼ਟਰ ਵੀਜ਼ਾ ਆਸਟ੍ਰੇਲੀਆ ਦਾ ਆਇਆਗਾ, ਜੋ ਕਿ ਮਤਲਬ ਜਿਸ ਨੂੰ ਦੇਖ ਕੇ ਕਹਿ ਨਹੀਂ ਜਾ ਸਕਦਾ ਸੀ ਕਿ ਇਹਦਾ ਵੀਜ਼ਾ ਲੱਗ ਸਕਦਾ। ਬਹੁਤ ਹੀ ਵੀਕ ਪ੍ਰੋਫਾਈਲ ਸੀ, ਬਟ ਗੱਲ ਉਹੀ ਆ ਜਾਂਦੀ ਹੈ ਵੀ ਆਪਾਂ ਪ੍ਰੈਜ਼ੈਂਟ ਕਿਵੇਂ ਕਰਦੇ ਹਾਂ। ਇਕਨੋਮਿਕ ਟਾਈਜ਼ ਐਨੇ ਸਟਰੋਂਗ ਸ਼ੋ ਕਰਨੇ ਪੈਂਦੇ ਆ ਕਿ ਬੰਦਾ ਵਾਪਸ ਆਊਗਾ, ਵੀਜ਼ਾ ਆਫਿਸਰ ਇਸ ਗੱਲ ਹੀ ਕਨਵਿੰਸ ਹੋ ਜੇ। ਫੈਮਿਲੀ ਟਾਈਜ਼ ਵੀ ਸੇਮ ਆਪਾਂ ਨੂੰ ਵਧੀਆ ਤੋਂ ਵਧੀਆ ਹੀ ਕਰਨੇ ਪੈਂਦੇ ਨੇ। ਹੁਣ ਜਿਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਮੇਨਲੀ ਆਸਟ੍ਰੇਲੀਆ ਜਿਹੜਾ ਉਹ ਡਾਕੂਮੈਂਟੇਸ਼ਨ ਤੇ ਹੀ ਡਿਪੈਂਡ ਕਰਦਾ ਹੈ। ਨਾ ਤਾਂ ਉਹਨਾਂ ਨੇ ਤੁਹਾਡੇ ਬਾਇਓਮੈਟ੍ਰਿਕ ਲੈਣੇ, ਨਾ ਤੁਹਾਡਾ ਉਹਨਾਂ ਨੇ ਇੰਟਰਵਿਊ ਲੈਣਾ। ਜੋ ਆਸਟ੍ਰੇਲੀਆ 'ਚ ਬੈਠਾ ਸਪਾਂਸਰਸ਼ਿਪ ਮੰਗਾ ਰਹੇ ਹੋ, ਜਦੋਂ ਤੁਸੀਂ ਤੁਹਾਡਾ ਕੋਈ ਡਾਇਰੈਕਟ ਰਿਲੇਸ਼ਨ ਹੈ ਜਾਂ ਕੋਈ ਇਨਡਾਇਰੈਕਟ ਰਿਲੇਸ਼ਨ ਹੈ, ਉਹਦਾ ਸਪਾਂਸਰ ਹੈ ਜਿਹੜਾ, ਉਹ ਵੀ ਸਟਰੋਂਗ ਹੋਣਾ ਚਾਹੀਦਾ, ਇਕਨੋਮਿਕਲੀ ਵੀ ਸਟਰੋਂਗ ਹੋਣਾ ਚਾਹੀਦਾ, ਤੇ ਉਹਦੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਤੁਹਾਨੂੰ ਅਕੋਮੋਡੇਟ ਕਰ ਸਕੇ। ਸੋ ਇਹਦੇ ਨਾਲ ਕੀ ਹੋਊਗਾ ਕਿ ਉਹਨਾਂ ਨੂੰ ਵੀਜ਼ਾ ਆਫਿਸਰ ਨੂੰ ਇਸ ਚੀਜ਼ ਦੀ ਗਰੰਟੀ ਹੁੰਦੀ ਹੈ, ਬਿਕਾਜ਼ ਆਸਟ੍ਰੇਲੀਆ ਬਹੁਤ ਹੀ ਲਿਮਿਟਡ ਜਿਹਾ ਕੰਟਰੀ ਹੈ, ਬਹੁਤ ਲਿਮਿਟਡ ਉਹਦੀ ਪੋਪੂਲੇਸ਼ਨ ਹੈ। ਇੱਕ ਕੋਸਟ ਲਾਈਨ ਦੇ ਸਾਈਡ ਤੇ ਹੀ ਉਹਦੇ ਥੋੜੇ ਬਹੁਤ ਸ਼ਹਿਰ ਹੈ ਜਿਹੜੇ ਉਹ ਵਸੇ ਹੋਏ ਨੇ, ਵਿੱਚੋਂ ਬਿਲਕੁਲ ਖਾਲੀ ਹੈ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਜੇ ਬੰਦਾ ਉੱਥੇ ਕੋਈ ਇੱਧਰ ਉੱਧਰ ਹੁੰਦਾ ਤਾਂ ਲੱਭਣ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ। ਇਸ ਕਰਕੇ ਉਹ ਕਿਸੇ ਨਾ ਕਿਸੇ ਦੀ ਰਿਸਪੌਂਸਿਬਿਲਿਟੀ ਤੇ ਵੀਜ਼ਾ ਇਜ਼ੀਲੀ ਦੇ ਦਿੰਦੇ ਨੇ, ਜੇ ਤੁਹਾਨੂੰ ਉੱਧਰੋਂ ਕੋਈ ਸਪਾਂਸਰ ਕਰ ਰਿਹਾ ਪ੍ਰੋਪਰਲੀ। ਸਪਾਂਸਰ ਦੀ ਡਾਕੂਮੈਂਟੇਸ਼ਨ ਕੀ ਹੈ, ਉਹ ਪ੍ਰੋਪਰ ਚੈੱਕਲਿਸਟ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ। ਤੁਸੀਂ ਸਾਨੂੰ ਕੰਟੈਕਟ ਕਰ ਲਿਓ ਸਾਡੇ ਆਫਿਸ ਦੇ ਨੰਬਰ ਤੇ 8360000818। ਇਸ ਤੋਂ ਇਲਾਵਾ ਉਹਨਾਂ ਨੂੰ ਕੀ ਚਾਹੀਦਾ ਕਿ ਬੰਦਾ ਜੈਨੂਅਨ ਇੱਥੇ ਘੁੰਮਣ ਫਿਰਨ ਹੀ ਆ ਰਿਹਾ ਜਾਂ ਕਿਸੇ ਨੂੰ ਮਿਲਣ ਆ ਰਿਹਾ ਹੈਗਾ, ਇਹ ਚੀਜ਼ ਆਪਾਂ ਪ੍ਰੂਫ ਕਰਨੀ ਹੈ। ਜਦੋਂ ਇਹ ਚੀਜ਼ ਪ੍ਰੂਫ ਹੋਊਗੀ ਡਾਕੂਮੈਂਟਸ ਦੇ ਨਾਲ। ਡਾਕੂਮੈਂਟਸ ਦੇ ਨਾਲ ਤੁਹਾਡੀਆਂ ਸੈਲਰੀ ਸਲਿੱਪਸ ਬਹੁਤ ਵੱਡੀਆਂ ਰੋਲ ਪਲੇ ਕਰਦੀਆਂ। ਸੈਲਰੀ ਸਲਿੱਪਸ ਜੇ ਫਾਰਮਸ, ਐਗਰੀਕਲਚਰ ਕਰਦੇ ਹੋ ਤਾਂ ਜੇ ਫਾਰਮ ਹੋ ਗਏ। ਹੁਣ ਜੇ ਫਾਰਮ ਵਾਲੇ ਜੋ ਬੰਦੇ ਆ ਉਹਨਾਂ ਦੇ ਮਨ 'ਚ ਇਹ ਡਰ ਹੁੰਦਾ ਕਿ ਜੇ ਅਸੀਂ ਇਨਕਮ ਟੈਕਸ ਰਿਟਰਨ ITR ਕਹਿ ਦਿੰਦੇ ਜਿਹਨੂੰ ਆਪਾਂ, ਉਹ ਭਰਤੀ ਤਾਂ ਸਾਨੂੰ ਟੈਕਸ ਪਊਗਾ। ਉਹਨਾਂ ਨੂੰ ਮੈਂ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਵੀ ਐਗਰੀਕਲਚਰ ਐਂਡ ਅਲਾਈਡ ਸੈਕਟਰ, ਮਤਲਬ ਜੋ ਐਗਰੀਕਲਚਰ ਨਾਲ ਰਿਲੇਟਡ ਕੰਮ ਕਰਨੇ, ਇਹਨਾਂ 'ਚ ਕਿਸੇ ਤੇ ਵੀ ਜੇ ਆਪਾਂ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਾਂ ਤਾਂ ਆਪਾਂ ਨੂੰ ਟੈਕਸ ਨਹੀਂ ਪੈਂਦਾ। ਚਾਹੇ ਆਪਣੀ ਇਨਕਮ 5 ਲੱਖ 10 ਲੱਖ 15 ਲੱਖ ਜਿੰਨੀ ਵੀ ਹੋਵੇ, ਉੱਤੇ ਟੈਕਸ ਨਹੀਂ ਪੈਂਦਾ। ਕਾਫੀ ਤਰ੍ਹਾਂ ਦੀ ਮਾਰਕੀਟ 'ਚ ਇਹ ਅਫਵਾਹ ਵੀ ਉਡਾਈ ਜਾਂਦੀ ਹੈ ਵੀ ਅੱਜ ਟੈਕਸ ਨਹੀਂ ਪੈਂਦਾ ਤਾਂ ਤੁਹਾਡੀ ਇਨਕਮ ਉਹ ਅਸੈਸ ਕਰਕੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਟੈਕਸ ਪਾ ਦੇਣਗੇ। ਸੋ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਨਕਮ ਜਿਹੜੀ ਹੈਗੀ ਉਹ ਗਵਰਨਮੈਂਟ ਹੀ ਤੁਹਾਡੀ ਤੁਹਾਡੀ ਜਿਨਸ ਹੈ ਜੋ ਉਹਨੂੰ ਖਰੀਦ ਕੇ, ਕਣਕ ਝੋਨਾ ਸਰਕਾਰ ਹੀ ਖਰੀਦ ਕੇ, ਸਰਕਾਰ ਤੁਹਾਡੇ ਡਾਇਰੈਕਟ ਖਾਤੇ 'ਚ ਪੈਸੇ ਪਾ ਰਹੀ ਹੈ। ਸਰਕਾਰ ਤੋਂ ਬਾਹਰ ਨਹੀਂ ਹੈ ਕੁਛ, ਸਰਕਾਰ ਨੂੰ ਪਤਾ ਹੈ ਕਿ ਤੁਹਾਨੂੰ ਕਿੰਨੀ ਇਨਕਮ ਹੋ ਰਹੀ ਹੈ। ITR ਫਾਈਲ ਕਰ ਦਾਂਗੇ ਤਾਂ ਆਪਣੇ ਕੋਲ ਇੱਕ ਬਹੁਤ ਹੀ ਵਧੀਆ ਲੀਗਲ ਡਾਕੂਮੈਂਟ ਆ ਜਾਊਗਾ ਕਿ ਸਾਡੇ ਕੋਲੇ ਇੰਨੀ ਇਨਕਮ ਹੈ ਤੇ ਅਸੀਂ ਇਹਦੇ ਬੇਸ ਤੇ ਬਾਹਰ ਘੁੰਮਣ ਜਾ ਸਕਦੇ ਹਾਂ, ਖਰਚਾ ਉਹਦਾ ਚੱਲ ਸਕਦੇ ਹਾਂ। ਜੇ ਫੈਮਿਲੀ ਪੂਰੀ ਇਕੱਠਾ ਜਾਣਾ ਚਾਹੁੰਦੀ ਹੈ ਤਾਂ ਫੈਮਿਲੀ ਦਾ ਇਕੱਠੀ ਦਾ ਜੋ ਹੈ ਉਹ ਚਾਂਸ ਥੋੜੇ ਜਿਹੇ ਘਟ ਜਾਂਦੇ ਆ। ਰੀਜ਼ਨ ਕੀ, ਸਾਰੀ ਫੈਮਿਲੀ ਜਾ ਰਹੀ ਹੈ, ਫੈਮਿਲੀ ਟਾਈਜ਼ ਹੋਮ ਕੰਟਰੀ ਨਾਲ ਟੁੱਟ ਗਏ, ਫਾਦਰ ਮਦਰ ਬੱਚੇ ਸਾਰੇ ਜਾਣੇ ਫਾਈਲ ਲਾਈ ਬੈਠੇ ਆ, ਦੈਨ ਉਹਦਾ ਚਾਂਸਸ ਹੈ ਕਿ ਰਿਫਿਊਜ਼ ਹੋਏਗੀ, ਕਿਉਂਕਿ ਫੈਮਿਲੀ ਟਾਈਜ਼ ਉੱਥੇ ਨਹੀਂ ਰਹਿ ਜਾਂਦੇ ਕਿ ਬੱਚਾ ਸਾਰਾ ਹੀ ਪਰਿਵਾਰ ਸਮੇਤ ਬੱਚੇ ਬਾਹਰ ਚੱਲੇ ਆ।
ਇਨ ਕੇਸ ਤੁਸੀਂ ਜਾਣਾ ਚਾਹੁੰਦੇ ਹੋ ਵਿਦ ਫੈਮਿਲੀ ਤਾਂ ਤੁਸੀਂ ਅਲੱਗ-ਅਲੱਗ ਫਾਈਲਸ ਲਾਓ, ਪਹਿਲਾਂ ਬੱਚਿਆਂ ਦੀ ਲਾ ਲਓ ਜਾਂ ਪਹਿਲਾਂ ਆਪਦੀ ਲਾ ਲਓ ਫਿਰ ਬੱਚਿਆਂ ਦੀ ਲਾਓ। ਇਸ ਤਰ੍ਹਾਂ ਚੈੱਕ ਕਰਕੇ ਪ੍ਰੋਪਰ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਦਾ। ਜਿਵੇਂ ਰੀਸੈਂਟ ਇੱਕ ਪ੍ਰੋਫਾਈਲ ਹੁਣੇ ਅਸੀਂ ਕਲੀਅਰ ਕੀਤਾਗਾ, ਉਹਦੇ ਵਿੱਚ ਫੈਮਿਲੀ ਜਾਣਾ ਚਾਹੁੰਦੀ ਸੀ, ਜਿਹਦੇ ਵਿੱਚ ਪਹਿਲਾਂ ਫਾਦਰ ਤੇ ਉਹਨਾਂ ਦੀ ਬੇਟੀ ਦਾ ਲਾਇਆ ਗਿਆ, ਜਦੋਂ ਉਹਨਾਂ ਦਾ ਆ ਗਿਆ ਆਫਟਰ ਦੈਟ ਉਹਨਾਂ ਦੀ ਵਾਈਫ ਦਾ ਮਿਸਿਸ ਦਾ ਇਕੱਲਿਆਂ ਦਾ ਲਾਇਆ ਗਿਆ। ਤੁਸੀਂ ਸਾਡੇ ਆਫਿਸ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ, ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਪ੍ਰੋਪਰ ਤੁਹਾਨੂੰ ਦੱਸਣਗੇ ਇਹ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਦੀ ਫਾਈਲ ਪ੍ਰੈਜ਼ੈਂਟ ਕੀਤੀ ਸੀ। ਨੋ ਡਾਊਟ ਇਹਨਾਂ ਦੀ ਫਾਈਲ ਤੇ 6 ਮਹੀਨਿਆਂ ਨੂੰ ਲੱਗ ਗਿਆ ਸੀ ਟਾਈਮ, ਕਿਉਂਕਿ ਐਮਬੈਸੀ ਆਪਦੀ ਸਾਈਟ ਤੇ 365 ਡੇਜ਼ ਦਾ ਵੇਟਿੰਗ ਟਾਈਮ ਲਿਖੀ ਬੈਠੀ ਹੈ। ਸੋ ਉਹਨਾਂ ਤੇ ਆ 6 ਮਹੀਨਿਆਂ 'ਚ ਦੇਣ, 3 'ਚ ਦੇਣ, 4 'ਚ ਦੇਣ, ਇਹਦੇ ਵਿੱਚ ਆਪਣਾ ਕੋਈ ਰੋਲ ਨਹੀਂ ਹੈ। ਪੇਰੈਂਟਸ ਦਾ ਜੋ ਕੇਸ ਹੈ ਨੋ ਡਾਊਟ ਉਹ ਵਿਦਿਨ 1 ਮੰਥ ਜਾਂ ਵਿਦਿਨ 2 ਮੰਥਸ 'ਚ ਆ ਰਿਹਾ ਹੈ, ਪ੍ਰੋਵਾਈਡਡ ਕੋਈ ਡੇਟ ਦਿੱਤੀ ਹੋਵੇ ਕਿ ਆਹ ਡੇਟ ਆਪਾਂ ਕਨਵੋਕੇਸ਼ਨ ਤੇ ਜਾਣਾ ਜਾਂ ਆਪਾਂ ਬਰਥਡੇ ਜਾਂ ਕੁਝ ਵੀ XYZ ਆਪਾਂ ਰੀਜ਼ਨ ਇੱਕ ਪਰਟੀਕੂਲਰ ਡੇਟ ਬਾਉਂਡ ਦਿੱਤਾ ਹੋਵੇ। ਸੋ ਜੇ ਵਿਦਆਊਟ ਡੇਟ ਬਾਉਂਡ ਆਪਾਂ ਜਾਵਾਂਗੇ ਤਾਂ ਨੈਚੁਰਲ ਗੱਲ ਹੈ ਕਿ ਐਮਬੈਸੀ ਉਸ ਨੂੰ ਪ੍ਰਾਇੋਰਟੀ ਨਹੀਂ ਦੇਊਗੀ, ਫਾਈਲ ਨੂੰ ਉਸੇ ਨੂੰ ਪ੍ਰਾਇੋਰਟੀ ਦੇਊਗੀ ਜਿਹਦੇ ਉੱਤੇ ਡੇਟ ਬਾਉਂਡ ਹੋਊਗੀ। ਇਸ ਤੋਂ ਇਲਾਵਾ ਡਾਕੂਮੈਂਟਸ ਹੋਰ ਆਪਾਂ ਨੂੰ ਕੀ ਚਾਹੀਦੇ ਹੋਣਗੇ, ਕਾਫੀ ਵੱਡੀ ਲਿਸਟ ਹੁੰਦੀ ਹੈ ਕਿਉਂਕਿ ਆਸਟ੍ਰੇਲੀਆ ਲਈ ਹੈ, ਉਹ ਸਾਰਾ ਕੇਸ ਡਾਕੂਮੈਂਟਸ ਤੇ ਹੀ ਡਿਪੈਂਡ ਕਰਦਾ। ਉਹਨਾਂ ਨੇ ਸਾਰੇ ਡਾਕੂਮੈਂਟਸ ਤੁਹਾਡੇ ਚੈੱਕ ਵੀ ਕਰਨੇ ਆ, ਵੈਰੀਫਾਈ ਵੀ ਕਰਨੇ ਆ, ਈਵਨ ਕਿ ਉਹਨਾਂ ਨੇ ਤੁਹਾਡੀ ਮਾਰਕਸ਼ੀਟਸ ਵੀ ਵੈਰੀਫਾਈ ਕਰਨੀ ਆ। ਹਾਲਾਂਕਿ ਵਿਜ਼ਟਰ ਵੀਜ਼ੇ ਦਾ ਟੂਰਿਸਟ ਨਾਲ ਸਟੱਡੀ ਨਾਲ ਕੋਈ ਕੰਟੈਕਟ ਨਹੀਂ ਹੁੰਦਾ, ਬਟ ਉਹਨਾਂ ਨੇ ਵੈਰੀਫਾਈ ਕਰਨੀ ਆ। ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਫਾਈਲ ਪ੍ਰੈਜ਼ੈਂਟ ਕਰਨਾ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ। ਸੋ ਜੇ ਤੁਸੀਂ ਵਿਜ਼ਟਰ ਵੀਜ਼ਾ ਲਵਾਉਣੇ ਚਾਹੁੰਦੇ ਹੋ, ਇੱਕ ਗੋਲਡਨ ਪੀਰੀਅਡ ਚੱਲ ਰਿਹਾ ਹੈਗਾ ਆਫਟਰ ਕੋਵਿਡ, ਕੰਟਰੀਜ਼ ਨੂੰ ਬਹੁਤ ਸਾਰੀਆਂ ਕੰਟਰੀਜ਼ ਨੂੰ ਟੂਰਿਸਟ ਦੀ ਬਹੁਤ ਜ਼ਿਆਦਾ ਲੋੜ ਹੈ। ਜਿਵੇਂ ਛੋਟੀਆਂ ਕੰਟਰੀਜ਼ ਦੀ ਵੀ ਗੱਲ ਕਰੀਏ ਜੋ ਬਿਲਕੁਲ ਹੀ ਟੂਰਿਸਟ ਤੇ ਡਿਪੈਂਡ ਸੀ, ਉਹ ਵੀ ਅੱਖਾਂ ਮੀਚ ਕੇ ਆਪਾਂ ਕਹਿ ਸਕਦੇ ਹਾਂ ਕਿ ਵਿਜ਼ਟਰ ਵੀਜ਼ਾਸ ਦੇ ਰਹੇ ਨੇ। ਜੋ ਕੈਨੇਡਾ ਆਸਟ੍ਰੇਲੀਆ ਵਰਗੀ ਕੰਟਰੀਜ਼ ਨੇ ਉਹ ਵੀ ਵਿਜ਼ਟਰ ਵੀਜ਼ਾ ਕੰਪੈਰੇਟਿਵਲੀ ਸੌਖਾ ਦੇ ਰਹੇ ਨੇ, ਕਿਉਂਕਿ ਉੱਥੇ ਵੀ ਲਾਸਟ 2-3 ਈਅਰਸ ਤੋਂ ਕੋਵਿਡ ਤੋਂ ਬਾਅਦ ਕੋਈ ਟੂਰਿਸਟ ਐਸਾ ਨਹੀਂ ਗਿਆ। ਟੂਰਿਸਟ ਇੰਡਸਟਰੀ ਉਹਨਾਂ ਕੰਟਰੀਜ਼ ਦੀ ਠੱਪ ਪਈ ਹੈ, ਉਹਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਟੂਰਿਸਟ ਦੀ ਲੋੜ ਹੈ ਤੇ ਟੂਰਿਸਟ ਵੀਜ਼ਾ ਵਧੀਆ ਦੇ ਰਹੇ ਆ। ਤੁਸੀਂ ਸਾਡੇ ਤੋਂ ਇਹ ਸਰਵਿਸ ਅਵੇਲ ਕਰ ਸਕਦੇ ਹੋ ਪ੍ਰੋਪਰ। ਜੇ ਤੁਸੀਂ ਸਾਡੇ ਤੋਂ ਵੀ ਨਹੀਂ ਕਰ ਰਹੇ ਤਾਂ ਜਿਸ ਤੋਂ ਵੀ ਕਰ ਰਹੇ ਹੋ ਤਾਂ ਪ੍ਰੋਪਰ ਨੌਲੇਜ ਬੰਦੇ ਦੀ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਇਸ ਨੂੰ ਉਦਾਂ ਹੀ ਸਰਵਿਸ ਨੂੰ ਅਵੇਲ ਕਰੋ। ਵਿਦਆਊਟ ਐਨੀ ਪ੍ਰੋਪਰ ਨੌਲੇਜ ਤੁਹਾਡਾ ਕੇਸ ਖਰਾਬ ਹੋਊਗਾ, ਕੋਈ ਬੈਨੀਫਿਟ ਨਹੀਂ ਹੋਣਾ ਉਸ ਚੀਜ਼ ਦੇ ਵਿੱਚ। ਕਿਉਂਕਿ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਾਂ ਕਿ ਪ੍ਰੈਜੈਂਟੇਸ਼ਨ ਮੈਟਰ ਕਰਦੀ ਹੈ। ਕੋਈ ਤੁਸੀਂ ਘਰ ਦੇ ਵਿੱਚ ਤੁਸੀਂ ਕੋਈ ਖਾਣ ਲਈ ਡਿਸ਼ ਬਣਾਈ ਆ ਤੇ ਉਹ ਖਾਣ 'ਚ ਚਾਹੇ ਜਿਹੋ ਜਿਹੀ ਮਰਜ਼ੀ ਹੋਵੇ, ਜੇ ਆਪਾਂ ਉਹਨੂੰ ਪ੍ਰੈਜ਼ੈਂਟ ਸੋਹਣਾ ਨਹੀਂ ਕਰ ਰਹੇ ਤਾਂ ਉਹਨੂੰ ਕਹਿੰਦੇ ਆ ਨਾ ਜੋ ਅੱਖਾਂ ਨਹੀਂ ਖਾਂਦੀਆਂ ਤਾਂ ਮੂੰਹ ਕੀ ਖਾਊਗਾ। ਸੋ ਉਹ ਚੀਜ਼ ਇੱਥੇ ਆ ਜਾਂਦੀ ਹੈ ਕਿ ਆਪਾਂ ਨੂੰ ਚੀਜ਼ ਪ੍ਰੈਜ਼ੈਂਟ ਕਰਨੀ ਬਹੁਤ ਢੰਗ ਨਾਲ ਆਉਣੀ ਚਾਹੀਦੀ ਹੈ। ਆਪਾਂ ਵੀਜ਼ਾ ਆਫਿਸਰ ਨੂੰ SOP ਤੇ ਹੀ ਆਪਾਂ ਉਹਨੂੰ ਲੱਗੇ ਕਿ ਹਾਂ ਜੈਨੂਇਨ ਬੰਦਾ ਵਿਜ਼ਿਟ ਕਰਕੇ ਵਾਪਸ ਆਊਗਾ। ਵਾਪਸ ਆਉਣ ਦੇ ਰੀਜ਼ਨ ਹੈ ਉਹ ਅਸੀਂ ਜਸਟੀਫਾਈ ਕਰਦੇ ਹਾਂ, ਉਹ ਸਾਡੀ ਰਿਸਪੌਂਸਿਬਿਲਿਟੀ ਆ। ਤੁਸੀਂ ਸਾਨੂੰ ਕੰਟੈਕਟ ਕਰਨਾ ਜਸਟ 8360000818 ਤੇ, ਜਾਂ ਜੇ ਤੁਸੀਂ ਬਠਿੰਡਾ ਦੇ ਨੀਅਰ ਅਬਾਊਟ ਏਰੀਆ 'ਚ ਗੱਲ ਦੇਖ ਰਹੇ ਹੋ ਤਾਂ ਤੁਸੀਂ ਸਾਨੂੰ ਆਫਿਸ ਆ ਕੇ ਵਿਜ਼ਿਟ ਕਰ ਦਿਓ। ਬਠਿੰਡਾ ਸਾਡਾ ਮੇਨ ਆਫਿਸ ਹੈ ਜਿੱਥੇ ਤੁਸੀਂ ਮੇਰੇ ਨਾਲ ਵੀ ਅਪਾਇੰਟਮੈਂਟ ਫਿਕਸ ਕਰਕੇ ਮਿਲ ਸਕਦੇ ਹੋ। 100 ਫੁੱਟੀ ਰੋਡ ਤੇ ਘੋੜਾ ਚੌਕ ਦੇ ਨਜ਼ਦੀਕ ਸਾਡਾ ਆਫਿਸ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ ਜਟਾਣਾ ਸਕਾਈ ਡ੍ਰੀਮਸ ਇਮੀਗ੍ਰੇਸ਼ਨ ਸਰਵਿਸ ਦੇ ਨਾਮ ਤੇ। ਸੋ ਇਹ ਤੋਂ ਇਲਾਵਾ ਹੋਰ ਕੋਈ ਵੀ ਤੁਹਾਡੀ ਕੁਐਰੀ ਹੈ, ਕੁਐਸਚਨ ਹੈ ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਡ੍ਰੌਪ ਕਰ ਦਿਓ, ਸਾਡੀ ਟੀਮ ਤੁਹਾਨੂੰ ਕੰਟੈਕਟ ਕਰੂਗੀ। ਆਪਦਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ, ਸਾਡੀ ਟੀਮ ਤੁਹਾਨੂੰ ਕਾਲ ਕਰ ਲੂਗੀ। ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਜਾਂਦੇ ਇੱਕ ਵਾਰ ਫਿਰ ਮੈਂ ਇਹੀ ਕਹੂੰਗਾ ਕਿ ਜੋ ਕੁਝ ਵੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਮਾੜਾ ਹੋ ਰਿਹਾ, ਬਹੁਤ ਮੰਦਭਾਗਾ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਸ਼ਾਂਤੀ ਬਹਾਲ ਬਹੁਤ ਔਖੀ ਹੋਈ ਹੈ ਤੇ ਸ਼ਾਂਤੀ ਨੂੰ ਆਪਾਂ ਹੱਥੋਂ ਨਾ ਨਿਕਲਣ ਦੇਈਏ। ਕੁਝ ਆਪਣੀਆਂ ਜ਼ਿੰਮੇਵਾਰੀਆਂ ਬਣਦੀਆਂ, ਜਿਵੇਂ ਜਦੋਂ ਉਸਦੇ ਸਿੰਗਰ ਤੇ ਹਮਲਾ ਹੋਇਆ ਤਾਂ ਉਸ ਟਾਈਮ ਤੇ ਲੋਕਾਂ ਨੇ ਉਹਨੂੰ ਕੱਢਣ ਦੀ ਬਜਾਏ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਜ਼ਿਆਦਾ ਪ੍ਰਾਇੋਰਟੀ ਉਹਨਾਂ ਨੇ ਵੀਡੀਓ ਬਣਾਉਣ ਨੂੰ ਦਿੱਤੀ। ਮੇਬੀ ਜੇ ਉਹਨੂੰ ਕੱਢਣ ਦੇ ਜਲਦੀ ਹਸਪੀਟਲ ਲੈ ਕੇ ਜਾਂਦੇ ਤਾਂ ਮੇਬੀ ਉਹ ਅੱਜ ਸਾਡੇ ਵਿੱਚ ਹੁੰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਆਪਾਂ ਨੂੰ ਵੀ ਧਿਆਨ 'ਚ ਰੱਖਣੀਆਂ ਚਾਹੀਦੀਆਂ। ਆਪਾਂ ਆਪਦੀ ਰਿਸਪੌਂਸਿਬਿਲਿਟੀ ਵੀ ਆਪਾਂ ਹਰੇਕ ਗੱਲ ਗਵਰਨਮੈਂਟ ਤੇ ਨਹੀਂ ਸਿੱਟ ਸਕਦੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹਰ ਥਾਂ ਤੇ ਉਹਨਾਂ ਦੇ ਜੋ ਪੁਲਿਸ ਆਫਿਸਰਸ ਨੇ ਜਾਂ ਉਹਨਾਂ ਦੀ ਜੋ ਗਵਰਨਮੈਂਟ ਆ, ਜੋ ਮੈਨੇਜਮੈਂਟ ਉਹਨਾਂ ਦੇ ਨਾਲ ਨਹੀਂ ਹੁੰਦੀ, ਬਟ ਲੋਕ ਆਪਦੀ ਰਿਸਪੌਂਸਿਬਿਲਿਟੀ ਸਮਝਦੇ ਆ। ਆਪਣਾ ਵੀ ਕੁਝ ਫਰਜ਼ ਬਣਦਾ ਕਿ ਆਪਾਂ ਵੀ ਆਪਦੀ ਰਿਸਪੌਂਸਿਬਿਲਿਟੀ ਸਮਝੀਏ। ਥੈਂਕ ਯੂ।